ਸੀਗਾ ਉਹ ਇਹ ਕਿ ਜਿਸ ਵੇਲੇ ਅਸੀਂ ਇਹ ਸਾਰੇ ਵੀਡੀਓਜ਼ ਦੇਖਦੇ ਹਾਂ, ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ, ਇਹਨਾਂ ਸਮਾਰਟਨ ਲੋਕਾਂ ਨੂੰ ਅਸੀਂ ਦੇਖਿਆ, ਉਹਨਾਂ ਦੇ ਬਜ਼ੁਰਗਾਂ ਨੂੰ ਦੇਖਿਆ, ਗਾਂ ਜਿਹੜੀ ਜਨਰੇਸ਼ਨ ਆ ਉਸ ਨੂੰ ਦੇਖਦੇ ਪਏ ਆ। ਕਾਫੀ ਲੰਬੀ ਵੀਡੀਓ ਆ, ਅਗਰ ਇਹ ਕਿਸੇ ਨੇ ਦੇਖਣੀ ਹੋਵੇ ਤਾਂ ਮੈਂ ਤੁਹਾਨੂੰ ਲਿੰਕ ਕਰ ਸਕਦਾ। ਔਰ ਲੇਕਿਨ ਅਸੀਂ ਇਹਨਾਂ ਇਹ ਸਾਰੀਆਂ ਚੀਜ਼ਾਂ ਹੈਗੀਆਂ, ਤੁਸੀਂ ਜਾ ਕੇ ਦੇਖ ਸਕਦੇ। ਸੋ ਉਹਨੇ ਜਿੱਥੇ ਜਿੱਥੇ ਇਹ ਮੰਦਿਰ ਬਣਾਏ ਆ, ਉਹ ਮੰਦਿਰ ਤਾਂ ਹੈ ਨਹੀਂ ਗੇ, ਲੇਕਿਨ ਫਿਰ ਵੀ ਉਸ ਉਹਨਾਂ ਮੰਦਿਰਾਂ ਦੇ ਜੋ ਕੁਝ ਬਚਿਆ ਆ, ਜੋ ਫਾਊਂਡੇਸ਼ਨ ਦੇ ਪੱਥਰ ਬਚੇ ਹੋਆ ਥੋੜੇ ਬਹੁਤੇ, ਉਹ ਜਗ੍ਹਾਵਾਂ ਹੈਗੀਆਂ। ਜਿਸ ਤਰ੍ਹਾਂ ਯਹੂਦੀ ਜਰੂਸਲਮ ਦੇ ਵਿੱਚ ਹਾਲੇ ਵੀ ਜਾਂਦੇ ਆ, ਪਰ ਸਮੈਰਟਨ ਲੋਕ ਹਾਲੇ ਵੀ ਉਹਨਾਂ ਜਗ੍ਹਾਵਾਂ ਦੇ ਉੱਤੇ ਜਾ ਕੇ ਜਾਂਦੇ ਔਰ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ। And it's amazing. It's amazing. ਪ੍ਰਭੂ ਕਿੱਦਾਂ ਪ੍ਰਭੂ ਨੇ ਸਾਡੇ ਲਈ ਇਹ ਚੀਜ਼ਾਂ ਬਚਾ ਕੇ ਰੱਖੀਆਂ ਕਿ ਅਸੀਂ ਇਹ ਪੁੱਛੀਏ ਕਿ ਸਾਮਰੀ ਲੋਕ ਕਿੱਥੇ ਗਏ ਭਾਈ? ਉਹ ਜਿਹੜੇ ਬਾਕੀ ਦੇ ਇਜ਼ਰਾਈਲ ਦੇ ਕਬੀਲਿਆਂ ਦੇ ਜਿਹੜੇ ਲੋਕ ਸੀਗੇ ਉਹ ਕਿੱਥੇ ਗਏ? ਤਾਂ 12 ਕਬੀਲੇ ਸੀਗੇ, ਅਸੀਂ 2-3 ਕਬੀਲਿਆਂ ਨੂੰ ਬਾਰ-ਬਾਰ ਦੇਖੀ ਜਾਂਦੇ। ਪ੍ਰਭੂ ਨੇ ਸੰਭਾਲ ਕੇ ਰੱਖਿਆ ਸਾਰਾ ਕੁਝ, ਉਸਨੇ ਸੰਭਾਲ ਕੇ ਰੱਖਿਆ। ਸੋ ਇਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਪਏ ਹਾਂ। ਸੋ ਉਸਨੇ ਆਪਣੇ ਲਈ ਇਹ ਬੈਤੇਲ ਦੇ ਵਿੱਚ ਤੇ ਦਾਨ ਦੇ ਕਬੀਲੇ ਦੇ ਵਿੱਚ ਜਾ ਕੇ ਔਰ ਜਗ੍ਹਾ ਜਗ੍ਹਾ ਤੇ ਉਸਨੇ ਮੰਦਿਰ ਬਣਾਏ। ਸੋ ਹੁਣ ਉਸਨੇ ਕੋਸ਼ਿਸ਼ ਕੀਤੀ ਕਿ ਮੈਂ ਪ੍ਰਭੂ ਦੇ ਅੱਗੇ ਬਲੀ ਚੜਾਵਾਂ, ਪ੍ਰਭੂ ਦੇ ਅੱਗੇ ਵੀ ਬਲੀ ਚੜਾਵਾਂ, ਲੇਕਿਨ ਉਹ ਬਲੀ ਉਸਦੀ ਸਵੀਕਾਰ ਨਹੀਂ ਹੋਈ। ਆਓ ਅਸੀਂ 13 ਭਾਵ ਉਸਦੀ 1 ਆਇਤ ਤੋਂ ਲੈ ਕੇ 10 ਆਇਤ ਤੱਕ ਦੇਖੀਏ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਗੋ ਅਹੈਡ ਮੇਰੀ ਭੈਣ। ਤਦ ਪ੍ਰਭੂ ਦੀ ਆਗਿਆ ਨਾਲ ਇੱਕ ਨਬੀ ਯਹੂਦਾ ਤੋਂ ਉਸ ਸਮੇਂ ਬੈਤੇਲ ਵਿੱਚ ਆਇਆ, ਜਦੋਂ ਯਾਰਾਬੁਆਮ ਉੱਥੇ ਵੇਦੀ ਉੱਤੇ ਬਲੀ ਚੜਾ ਰਿਹਾ। ਉਸਨੇ ਪ੍ਰਭੂ ਦੀ ਆਗਿਆ ਨਾਲ ਇਸ ਤਰ੍ਹਾਂ ਉੱਥੋਂ ਦੀ ਵੇਦੀ ਦੇ ਵਿਰੁੱਧ ਅਗੰਮੀ ਵਾਕ ਕੀਤਾ, ਹੇ ਵੇਦੀ, ਤੇਰੇ ਵਿਰੁੱਧ ਪ੍ਰਭੂ ਦਾ ਇਹ ਵਚਨ ਹੈ, ਦਾਊਦ ਦੇ ਵੰਸ਼ ਵਿੱਚੋਂ ਯੋਸ਼ੀਆ ਨਾਂ ਦਾ ਇੱਕ ਬਾਲਕ ਜਨਮ ਲਵੇਗਾ। ਉਹ ਇਹਨਾਂ ਪ੍ਰੋਹਤਾਂ ਦਾ ਕਤਲ ਕਰੇਗਾ ਜੋ ਪਰਾਈਆਂ ਵੇਦੀਆਂ ਉੱਤੇ ਅਰਥਾਤ ਤੇਰੇ ਉੱਤੇ ਬਲੀ ਚੜਾਉਂਦੇ ਹਨ। ਉਹ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾੜੇਗਾ। ਨਬੀ ਨੇ ਇਸ ਆਪਣੇ ਵਚਨ ਦੀ ਸੱਚਾਈ ਲਈ ਇਹ ਚਿੰਨ੍ਹ ਦਿੱਤਾ, ਇਹ ਵੇਦੀ ਟੁੱਟ ਜਾਵੇਗੀ ਅਤੇ ਇਸ ਉਤਲੀ ਸਵਾਹ ਖਿੱਲਰ ਜਾਵੇਗੀ। ਇਸ ਤੋਂ ਤੁਸੀਂ ਜਾਣ ਜਾਵੋਗੇ ਕਿ ਪ੍ਰਭੂ ਨੇ ਠੀਕ ਮੇਰੇ ਦੁਆਰਾ ਵਚਨ ਕੀਤਾ ਹੈ। ਜਦੋਂ ਰਾਜਾ ਯਾਰਾਬੁਆਮ ਨੇ ਇਹ ਸੁਣਿਆ ਤਾਂ ਉਸਨੇ ਉਸ ਨਬੀ ਵੱਲ ਆਪਣੀ ਬਾਂਹ ਨਾਲ ਇਸ਼ਾਰਾ ਕਰਦੇ ਹੋਏ ਹੁਕਮ ਦਿੱਤਾ, ਇਸ ਨੂੰ ਫੜੋ। ਪਰ ਰਾਜਾ ਦੀ ਅੱਗੇ ਵਧੀ ਬਾਂਹ ਉਸ ਵੇਲੇ ਸੁੱਕ ਗਈ ਅਤੇ ਉਹ ਆਪਣੀ ਬਾਂਹ ਪਿੱਛੇ ਨਾ ਖਿੱਚ ਸਕਿਆ। ਵੇਦੀ ਵੀ ਉਸ ਵੇਲੇ ਤੁਰੰਤ ਨਬੀ ਦੇ ਵਚਨ ਅਨੁਸਾਰ ਟੁੱਟ ਕੇ ਡਿੱਗ ਪਈ ਅਤੇ ਉਸ ਉਤਲੀ ਸਵਾਹ ਖਿਲਰ ਗਈ। ਤਦ ਰਾਜਾ ਯਾਰਾਬੁਆਮ ਨੇ ਨਬੀ ਨੂੰ ਕਿਹਾ, ਕਿਰਪਾ ਕਰਕੇ ਪ੍ਰਭੂ ਆਪਣੇ ਪਰਮੇਸ਼ਰ ਅੱਗੇ ਮੇਰੇ ਲਈ ਪ੍ਰਾਰਥਨਾ ਕਰ ਕਿ ਉਹ ਮੇਰੀ ਬਾਂਹ ਦੁਬਾਰਾ ਚੰਗੀ ਕਰ ਦੇਵੇ। ਨਬੀ ਨੇ ਰਾਜਾ ਲਈ ਪ੍ਰਭੂ ਅੱਗੇ ਬੇਨਤੀ ਕੀਤੀ ਅਤੇ ਉਸਦੀ ਬਾਂਹ ਉਸੇ ਵੇਲੇ ਚੰਗੀ ਹੋ ਗਈ। ਤਦ ਰਾਜਾ ਨੇ ਨਬੀ ਨੂੰ ਕਿਹਾ, ਤੂੰ ਮੇਰੇ ਘਰ ਆ ਅਤੇ ਭੋਜਨ ਕਰ, ਮੈਂ ਤੈਨੂੰ ਇਨਾਮ ਵੀ ਦੇਵਾਂਗਾ। ਨਬੀ ਨੇ ਉੱਤਰ ਦਿੱਤਾ, ਜੇਕਰ ਤੂੰ ਮੈਨੂੰ ਆਪਣਾ ਅੱਧਾ ਘਰ ਤੱਕ ਵੀ ਦੇ ਦੇਵੇਂ, ਮੈਂ ਤਾਂ ਵੀ ਤੇਰੇ ਨਾਲ ਆ ਕੇ ਕੁਝ ਨਹੀਂ ਖਾਵਾਂਗਾ ਜਾਂ ਪੀਵਾਂਗਾ। ਪ੍ਰਭੂ ਨੇ ਮੈਨੂੰ ਆਗਿਆ ਦਿੱਤੀ ਹੈ ਕਿ ਮੈਂ ਨਾ ਤਾਂ ਕੁਝ ਖਾਵਾਂ ਨਾ ਪੀਵਾਂ ਅਤੇ ਨਾ ਹੀ ਉਸੇ ਰਾਹ ਵਾਪਸ ਜਾਵਾਂ ਜਿਸ ਰਾਹੀਂ ਮੈਂ ਇੱਥੇ ਆਇਆ ਹਾਂ। ਇਸ ਲਈ ਨਬੀ ਉਸ ਰਾਹੇ ਵਾਪਸ ਨਾ ਗਿਆ ਜਿਸ ਰਾਹੀਂ ਉਹ ਆਇਆ ਸੀ, ਸਗੋਂ ਦੂਜੇ ਰਾਹੇ ਵਾਪਸ ਚਲਾ ਗਿਆ। ਦੂਸਰੇ ਰਾਹੇ ਵਾਪਸ ਚਲਾ ਗਿਆ। ਸੋ ਉਸ ਨਬੀ ਨੂੰ ਇੱਕ ਹੁਕਮ ਸੀਗਾ ਕਿ ਤੂੰ ਜਾਣਾ ਹੈ ਔਰ ਤੂੰ ਦੱਸਣਾ ਹੈ, ਨਾ ਤੂੰ ਉੱਥੇ ਕੁਝ ਖਾਣਾ ਨਾ ਤੂੰ ਉੱਥੇ ਕੁਝ ਪੀਣਾ, और जिस राह थानी तू जाना उस राह थानी वापस नहीं आना, तो दूसरे राह थानी वापस आना। और ये हुक्म दे के प्रभु ने उसको कलिया सी, और तेरा कोई बिगाड़ नहीं सकेगा। जो मैं तेनू कहा उसथे जाके तू वही कहना। एंड ही डिड सो, उसने वो कीता।
ਉਹ ਬੇਦੀ ਜਿਹੜੀ ਬਣਾਈ ਸੀ ਉਸਨੇ, ਪ੍ਰਭੂ ਨੇ ਉਸਨੂੰ ਇਹ ਦੱਸ ਦਿੱਤਾ ਕਿ ਇਹ ਬੇਦੀ ਮੈਨੂੰ ਸਵੀਕਾਰ ਨਹੀਂ, ਤੇਰੀ ਬਲੀ ਮੈਨੂੰ ਸਵੀਕਾਰ। ਸੋ ਉਹਨਾਂ ਨੇ ਚਿੰਨ ਮੰਗਿਆ ਕਿ ਚਿੰਨ ਕੀ ਇਸਦਾ? ਉਹ ਕਹਿੰਦਾ ਬੇਦੀ ਟੁੱਟ ਜਾਊਗੀ, ਸੋ ਆ ਖਿਲਰ ਜਾਏਗੀ। ਫਿਰ ਰਾਜਾ ਨੇ ਕਿਹਾ ਇਸਨੂੰ ਫੜ ਲਓ, ਯਾਰਾਬਾਮ ਨੇ ਕਿਹਾ ਇਸਨੂੰ ਫੜ ਲਓ, ਫੜ ਕੇ ਇਸਨੂੰ ਮਾਰ ਦਿਓ। ਉਹ ਜਿਹੜੀ ਬਾਂਹ ਉਸਨੇ ਉਹਦੇ ਹੱਲ ਕੀਤੀ ਸੀ, ਉਹਦੀ ਉਸਦੀ ਬਾਂਹ ਉਸੇ ਵੇਲੇ ਸੁੱਕ ਗਈ। और फिर उसने प्रभु के अगे बेनती की, नबी ने उसके लिए, उसकी बांह ठीक हो गई। पर उसने याराबोआम दा जिहड़ा सद्दा सी वो स्वीकार नहीं किया, क्योंकि प्रभु ने उसनों ये आग्ञा दिती सी कि ना तू उत्थे कुछ खाना, ना तू उत्थे कुछ पीना, और तू अपना काम करना, और तू सीधा सीधा दूसरे रस्ते थाने वापस कर आना। ये प्रभु का हुक्म से। सो वो दूजे राह थाने वापस चला गया। सो हुण बैतेल दे विच भी एक नबी, बैतेल दे नबी ने भी उसनू सद्दा देना। आओ उसनू देखिए। असीं 11 आयत तो लैके 32 आयत तक देखा। मैं ही पढ़ दिंदी हां। Go ahead. ਬੈਤੇਲ ਦਾ ਇੱਕ ਬੁੱਢਾ ਨਬੀ, ਬੈਤੇਲ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ। ਉਸਦੇ ਪੁੱਤਰਾਂ ਨੇ ਆ ਕੇ ਉਸਨੂੰ ਯਹੂਦਾ ਤੋਂ ਆਏ ਨਬੀ ਬਾਰੇ ਦੱਸਿਆ ਕਿ ਉਸਨੇ ਬੈਤੇਲ ਵਿੱਚ ਕੀ ਕੀਤਾ ਹੈ ਅਤੇ ਰਾਜਾ ਯਾਰਾਬਾਮ ਨੂੰ ਕੀ ਕਿਹਾ ਹੈ। ਬੁੱਢੇ ਨਬੀ ਨੇ ਪੁੱਛਿਆ, ਉਹ ਕਿਸ ਰਾਹ ਵਾਪਸ ਗਿਆ ਹੈ? ਉਹਨਾਂ ਨੇ ਉਸਨੂੰ ਰਾਹ ਦੱਸ ਦਿੱਤਾ। ਬੁੱਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਉਸਦੇ ਲਈ ਉਸਦੇ ਗਧੇ ਉੱਤੇ ਕਾਠੀ ਕੱਸਣ ਲਈ ਕਿਹਾ। ਉਹਨਾਂ ਨੇ ਕਾਠੀ ਕੱਸ ਦਿੱਤੀ ਤਾਂ ਬੁੱਢਾ ਨਬੀ ਉਸ ਯਹੂਦਾ ਤੋਂ ਆਏ ਨਬੀ ਦੇ ਪਿੱਛੇ ਗਿਆ ਅਤੇ ਉਸਨੇ ਉਸ ਨਬੀ ਨੂੰ ਰਾਹ ਵਿੱਚ ਬਲੂਤ ਦੇ ਰੁੱਖ ਹੇਠ ਬੈਠੇ ਦੇਖਿਆ। ਬੁੱਢੇ ਨਬੀ ਨੇ ਪੁੱਛਿਆ, ਕੀ ਤੂੰ ਯਹੂਦਾ ਤੋਂ ਆਇਆ ਨਬੀ ਹੈ? ਉਸਨੇ ਉੱਤਰ ਦਿੱਤਾ, ਹਾਂ ਮੈਂ ਹਾਂ। ਬੁੱਢੇ ਨਬੀ ਨੇ ਉਸਨੂੰ ਕਿਹਾ, ਮੇਰੇ ਨਾਲ ਮੇਰੇ ਘਰ ਆ ਅਤੇ ਕੁਝ ਭੋਜਨ ਕਰ। ਪਰ ਯਹੂਦਾ ਤੋਂ ਆਏ ਨਬੀ ਨੇ ਉੱਤਰ ਦਿੱਤਾ, ਮੈਂ ਤੇਰੇ ਨਾਲ ਨਾ ਵਾਪਸ ਜਾ ਸਕਦਾ ਹਾਂ ਅਤੇ ਨਾ ਹੀ ਤੇਰੇ ਨਾਲ ਉੱਥੇ ਭੋਜਨ ਖਾ ਸਕਦਾ ਹਾਂ, ਕਿਉਂਕਿ ਪ੍ਰਭੂ ਤੋਂ ਮੈਨੂੰ ਆਗਿਆ ਮਿਲੀ ਹੈ ਕਿ ਨਾ ਮੈਂ ਉੱਥੇ ਕੁਝ ਖਾਵਾਂ ਅਤੇ ਨਾ ਹੀ ਪਹਿਲੇ ਰਾਹ ਵਾਪਸ ਆਵਾਂ। ਤਦ ਬੁੱਢੇ ਨਬੀ ਨੇ ਕਿਹਾ, ਮੈਂ ਵੀ ਤੇਰੇ ਵਾਂਗ ਇੱਕ ਨਬੀ ਹਾਂ ਅਤੇ ਪ੍ਰਭੂ ਨੇ ਆਪਣੇ ਇੱਕ ਸਵਰਗਦੂਤ ਦੇ ਰਾਹੀਂ ਮੈਨੂੰ ਇਹ ਆਗਿਆ ਦਿੱਤੀ ਹੈ ਕਿ ਮੈਂ ਤੈਨੂੰ ਭੋਜਨ ਦੇ ਲਈ ਮੋੜ ਲਿਆਵਾਂ। ਪਰ ਇਹ ਬੁੱਢਾ ਨਬੀ ਅਸਲ ਵਿੱਚ ਝੂਠ ਬੋਲ ਰਿਹਾ ਸੀ। ਇਸ ਲਈ ਯਹੂਦਾ ਤੋਂ ਆਏ ਨਬੀ ਨੇ ਉਸ ਬੁੱਢੇ ਨਬੀ ਦੇ ਨਾਲ ਜਾ ਕੇ ਭੋਜਨ ਕੀਤਾ। ਜਦੋਂ ਭੋਜਨ ਖਾ ਰਹੇ ਸਨ ਤਾਂ ਪ੍ਰਭੂ ਦਾ ਸੰਦੇਸ਼ ਬੁੱਢੇ ਨਬੀ ਨੂੰ ਮਿਲਿਆ। ਤਦ ਬੁੱਢੇ ਨਬੀ ਨੇ ਯਹੂਦਾ ਤੋਂ ਆਏ ਨਬੀ ਨੂੰ ਕਿਹਾ, ਤੂੰ ਪ੍ਰਭੂ ਦੀ ਆਗਿਆ ਨੂੰ ਤੋੜਿਆ ਹੈ ਅਤੇ ਉਸ ਦੇ ਕਹੇ ਅਨੁਸਾਰ ਨਹੀਂ ਚੱਲਿਆ ਹੈ। ਤੂੰ ਉਸ ਥਾਂ ਉੱਥੇ ਵਾਪਸ ਆ ਕੇ ਭੋਜਨ ਕੀਤਾ ਜਿੱਥੋਂ ਤੈਨੂੰ ਪ੍ਰਭੂ ਨੇ ਮਨਾ ਕੀਤਾ ਸੀ। ਇਸ ਕਾਰਨ ਤੂੰ ਮਾਰਿਆ ਜਾਵੇਂਗਾ ਅਤੇ ਤੇਰੀ ਲਾਸ਼ ਤੇਰੇ ਪਿਤਾ ਦੇ ਕਬਰਸਤਾਨ ਵਿੱਚ ਨਹੀਂ ਦਫਨਾਈ ਜਾਵੇਗੀ। ਭੋਜਨ ਹੋ ਚੁੱਕਣ ਦੇ ਪਿੱਛੋਂ ਬੁੱਢੇ ਨਬੀ ਨੇ ਯਹੂਦਾ ਤੋਂ ਆਏ ਨਬੀ ਲਈ ਉਸ ਦਾ ਗਧਾ ਤਿਆਰ ਕੀਤਾ ਅਤੇ ਉਹ ਯਹੂਦਾ ਵੱਲ ਚੱਲ ਪਿਆ। ਪਰ ਰਾਹ ਵਿੱਚ ਯਹੂਦਾ ਤੋਂ ਆਏ ਨਬੀ ਨੂੰ ਇੱਕ ਸ਼ੇਰ ਮਿਲਿਆ ਜਿਸ ਨੇ ਉਸਨੂੰ ਮਾਰ ਦਿੱਤਾ ਅਤੇ ਉਸਦੀ ਲਾਸ਼ ਲਾਗੇ ਉਹ ਸ਼ੇਰ ਤੇ ਗਧਾ ਖੜੇ ਰਹੇ। ਕੁਝ ਲੋਕਾਂ ਨੇ ਉਸ ਨਬੀ ਦੀ ਲਾਸ਼ ਅਤੇ ਉਸ ਲਾਗੇ ਖੜੇ ਸ਼ੇਰ ਨੂੰ ਦੇਖਿਆ। ਉਹਨਾਂ ਇਸ ਬਾਰੇ ਜਾ ਕੇ ਬੈਤਲ ਵਿੱਚ ਦੱਸਿਆ। ਜਦੋਂ ਬੁੱਢੇ ਨਬੀ ਨੇ ਸੁਣਿਆ ਤਾਂ ਉਸਨੇ ਕਿਹਾ, ਇਹ ਯਹੂਦਾ ਤੋਂ ਆਇਆ ਨਬੀ ਹੈ ਜਿਸ ਨੇ ਪ੍ਰਭੂ ਦੇ ਹੁਕਮ ਦੀ ਉਲੰਘਣਾ ਕੀਤੀ ਸੀ। ਇਸ ਲਈ ਪ੍ਰਭੂ ਨੇ ਉਸਨੂੰ ਆਪਣੇ ਵਚਨ ਅਨੁਸਾਰ ਸ਼ੇਰ ਦੁਆਰਾ ਮਰਵਾ ਦਿੱਤਾ। ਤਦ ਉਸ ਬੁੱਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, ਮੇਰਾ ਗਧਾ ਮੇਰੀ ਸਵਾਰੀ ਲਈ ਤਿਆਰ ਕਰੋ। ਉਹਨਾਂ ਨੇ ਕਰ ਦਿੱਤਾ। ਬੁੱਢੇ ਨਬੀ ਨੇ ਜਾ ਕੇ ਯਹੂਦਾ ਤੋਂ ਆਏ ਨਬੀ ਦੀ ਲਾਸ਼ ਦੇਖੀ ਅਤੇ ਸ਼ੇਰ ਤੇ ਗਧਾ ਉੱਥੇ ਖੜੇ ਸਨ। ਸ਼ੇਰ ਨੇ ਨਾ ਲਾਸ਼ ਖਰਾਬ ਕੀਤੀ ਸੀ ਅਤੇ ਨਾ ਹੀ ਗਧੇ ਨੂੰ ਕੁਝ ਕਿਹਾ ਸੀ। ਬੁੱਢੇ ਨਬੀ ਨੇ ਉਸ ਲਾਸ਼ ਨੂੰ ਗਧੇ ਉੱਤੇ ਰੱਖਿਆ ਅਤੇ ਬੈਤਲ ਵਿੱਚ ਉਸ ਉੱਤੇ ਸੋਗ ਕਰਨ ਅਤੇ ਦਫਨਾਉਣ ਲਈ ਲੈ ਆਇਆ। ਸੋ ਉਸਨੇ ਉਸਨੂੰ ਆਪਣੀ ਕਬਰ ਵਿੱਚ ਦਫਨਾ ਦਿੱਤਾ ਅਤੇ ਉਸਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਇਹ ਕਹਿ ਕੇ ਸੋਗ ਕੀਤਾ, ਹਾਏ ਮੇਰੇ ਭਰਾ। ਉਸਨੂੰ ਦਫਨਾਉਣ ਦੇ ਪਿੱਛੋਂ ਬੁੱਢੇ ਨਬੀ ਨੇ ਆਪਣੇ ਪੁੱਤਰਾਂ ਨੂੰ ਕਿਹਾ, ਮੇਰੇ ਮਰਨ ਪਿੱਛੋਂ ਮੈਨੂੰ ਵੀ ਇਸੇ ਕਬਰ ਵਿੱਚ ਦਫਨਾ ਦੇਣਾ। ਇਸ ਨਬੀ ਨੇ ਜੋ ਵਚਨ ਪ੍ਰਭੂ ਦੀ ਆਗਿਆ ਅਨੁਸਾਰ
ਬੈਤੇਲ ਦੀ ਵੇਦੀ ਅਤੇ ਸਾਮਰਿਆ ਦੀਆਂ ਹੋਰਨਾਂ ਪੂਜਾ ਸਥਾਨਾਂ ਬਾਰੇ ਕਹੇ ਹਨ, ਉਹ ਜ਼ਰੂਰ ਪੂਰੇ ਹੋਣਗੇ। ਜ਼ਰੂਰ ਪੂਰੇ ਹੋਣਗੇ। ਸੋ ਪ੍ਰਭੂ ਨੇ ਉਸ ਨਬੀ ਨੂੰ ਆਗਿਆ ਦਿੱਤੀ ਸੀ ਕਿ ਤੂੰ ਵਾਪਸ ਸਿੱਧਾ ਘਰ ਆਉਣਾ, ਤੂੰ ਉੱਥੇ ਖੜਨਾ ਨਹੀਂ, ਤੂੰ ਉੱਥੇ ਦਾ ਭੋਜਨ ਨਹੀਂ ਕਰਨਾ, ਤੂੰ ਭੋਜਨ ਕਰਕੇ ਜਾਣਾ ਹੈ ਔਰ ਉੱਥੇ ਜਾ ਕੇ ਜੋ ਮੈਂ ਕਿਹਾ ਤੂੰ ਉਹ ਕਹਿਣਾ ਹੈ ਔਰ ਦੂਸਰੇ ਰਸਤੇ ਸਿੱਧਾ ਵਾਪਸ ਹੋਣਾ। ਬੈਤੇਲ ਦੇ ਵਿੱਚ ਇੱਕ ਬੁੱਢਾ ਨਬੀ ਰਹਿੰਦਾ ਸੀ। ਹੁਣ ਕਾਰਨ ਇਹ ਹੈ ਕਿ ਉਹਨਾਂ ਨੂੰ ਵੱਖਰਿਆਂ ਹੋਇਆਂ ਨੂੰ ਹਾਲੇ ਤੱਕ ਬੇਸਿਕਲੀ 2 ਸਾਲ ਹੋਏ। ਅਸੀਂ ਪ੍ਰਭੂ ਯਿਸੂ ਮਸੀਹ ਦੇ ਆਉਣ ਤੇ 942 ਸਾਲ ਦੇ ਕਰੀਬ ਦੇ ਵਿੱਚ ਫਿਰਦੇ ਪਏ ਔਰ ਬਹੁਤੀ ਦੇਰ ਨਹੀਂ ਹਾਲੇ ਹੋਈ। ਹਾਲੇ ਸਾਰੇ ਇੱਕ ਦੂਜੇ ਨੂੰ ਜਾਣਦੇ ਆ। ਇਧਰਲੇ ਪਾਸੇ ਵਾਲੇ ਵੀ ਜਾਣਦੇ ਤੇ ਉਧਰਲੇ ਪਾਸੇ ਵਾਲੇ ਵੀ ਜਾਣਦੇ। ਉਹ ਜਾਣਦਾ ਵੀ ਬੈਤੇਲ ਦੇ ਵਿੱਚ ਇੱਕ ਨਬੀ ਹੈਗਾ ਜਿਸ ਦੇ ਨਾਲ ਪ੍ਰਭੂ ਗੱਲ ਕਰਦਾ ਹੈ। ਉਹਨਾਂ ਨਬੀਆਂ ਦੇ ਬਾਰੇ, ਨਬੀਆਂ ਨੂੰ ਨਬੀਆਂ ਦੇ ਬਾਰੇ ਪਤਾ ਹੁੰਦਾ ਸੀ। ਸੋ ਜਿਸ ਵੇਲੇ ਉਹ ਰਾਜਾ ਨੇ ਕਿਹਾ ਤੂੰ ਮੇਰੇ ਘਰ ਚੱਲ ਭੋਜਨ ਕਰ, ਤੇ ਉਸਨੇ ਕਿਹਾ ਨਹੀਂ। ਰਾਜਾ ਨੇ ਕਿਹਾ ਮੈਂ ਤੈਨੂੰ ਇਨਾਮ ਦਊਂਗਾ, ਉਸਨੇ ਕਿਹਾ ਨਹੀਂ। ਜਿਸਲੇ ਉਸ ਬੁੱਢੇ ਨਬੀ ਦਾ ਸੱਦਾ ਆਇਆ ਤਾਂ ਉਹ ਆਪ ਆਇਆ। ਉਸਨੇ ਕਿਹਾ ਮੈਨੂੰ ਪ੍ਰਭੂ ਦੇ ਫਰਿਸ਼ਤਾ ਘੱਲ ਕੇ ਕਹਿ ਕਿ ਨਹੀਂ, ਤੂੰ ਜਾ ਕੇ ਮੇਰੇ ਨਾਲ ਤੂੰ ਭੋਜਨ ਕਰ ਸਕਦਾ। ਉਹ ਝੂਠ ਬੋਲਦਾ ਪਿਆ ਸੀ, ਪਰ ਉਹਦਾ ਜਿਹੜਾ ਮਨ ਸੀਗਾ ਉਹ ਇਹ ਸੀਗਾ ਕਿ ਨਬੀ ਆਇਆ ਹੈ, ਨਬੀ ਨੂੰ ਭੋਜਨ ਕਰਾਏ ਬਗੈਰ ਵਾਪਸ ਨਹੀਂ ਕੀਤਾ ਜਾ ਸਕਦਾ। ਇਹ ਅਸੂਲ ਆ। ਨਾ ਪ੍ਰਭੂ ਦਾ ਜਿਹੜਾ ਹੁਕਮ ਆ, ਉਹ ਨਬੀ ਜਿਹੜਾ ਯਹੂਦਾ ਤੋਂ ਆਇਆ ਆ ਉਸਨੂੰ ਪਤਾ ਆ। ਪ੍ਰਭੂ ਨੇ ਉਸਦੇ ਨਾਲ ਗੱਲ ਨਹੀਂ ਦੁਆਰਾ ਕੀਤੀ ਕਿ ਨਹੀਂ ਤੂੰ ਇੱਥੇ ਭੋਜਨ ਖਾ ਸਕਦਾ। ਪ੍ਰਭੂ ਨੇ ਉਸਨੂੰ ਇਹ ਨਹੀਂ ਕਿਹਾ ਸੀਗਾ ਕਿ ਤੂੰ ਰਾਜਾ ਦਾ ਭੋਜਨ ਨਹੀਂ ਖਾ ਸਕਦਾ। ਪ੍ਰਭੂ ਨੇ ਕਿਹਾ ਸੀ ਤੂੰ ਉੱਥੇ ਭੋਜਨ ਖਾ ਹੀ ਨਹੀਂ ਸਕਦਾ, ਤੂੰ ਮੇਰਾ ਕੰਮ ਕਰਨਾ ਔਰ ਤੂੰ ਵਾਪਸ ਆ ਜਾਣਾ। ਲੇਕਿਨ ਜਿੱਦਾਂ ਹੀ ਉਹ ਉੱਥੇ ਗਿਆ ਆ ਤੇ ਉਸ ਨਬੀ ਨੇ, ਬੁੱਢੇ ਨਬੀ ਨੇ ਉਸਨੂੰ ਕਹਾ ਕੇ ਕਿਹਾ ਕਿ ਭਾਈ ਪ੍ਰਭੂ ਦਾ ਬਚਨ ਮੈਨੂੰ ਵੀ ਆਇਆ, ਤੂੰ ਵੀ ਨਬੀ ਆ, ਮੈਂ ਵੀ ਨਬੀ ਆ, ਮੈਂ ਵੀ ਉਸੇ ਪ੍ਰਭੂ ਦਾ ਨਬੀ ਆ, ਤੂੰ ਖਾਣਾ ਖਾਦੇ ਬਗੈਰ ਨਾ ਜਾਏ। ਪ੍ਰਭੂ ਕਹਿੰਦਾ ਤੂੰ ਮੇਰੇ ਘਰ ਖਾ ਸਕਦਾ। ਝੂਠ ਬੋਲਦਾ ਪਿਆ ਪਰ ਦਿਲ ਬੇਈਮਾਨ ਨਹੀਂਗਾ। ਦਿਲ ਦੇ ਵਿੱਚ ਉਹ ਜਿਹੜੀ ਪੁਰਾਣੀ ਸਭਿਅਤਾ ਉਹ ਕਿ ਮਹਿਮਾਨ ਆਇਆ ਆ, ਔਰ ਮਹਿਮਾਨ ਇਹ ਨਹੀਂ, ਮਹਿਮਾਨ ਪ੍ਰਭੂ ਦਾ ਨਬੀ ਹੈ। ਉਹ ਕਿੱਦਾਂ ਭੁੱਖਾ ਜਾਵੇ ਇੱਥੋਂ। ਸੋ ਉਹ ਨਬੀ ਦੇ, ਬੁੱਢੇ ਨਬੀ ਦੇ ਦਿਲ ਦੇ ਵਿੱਚ ਬੁਰਾਈ ਨਹੀਂਗੀ। ਉਸਦਾ ਜਿਹੜੀ ਦਿਲ ਦੀ ਜਿਹੜੀ ਗੱਲ ਆ ਉਹ ਇਹ ਆ ਕਿ ਇੱਕ ਨਬੀ ਸਾਡੇ ਇਲਾਕੇ ਦੇ ਵਿੱਚ ਆਇਆ, ਉਸਨੇ ਜੋ ਕਿਹਾ ਉਹ ਪੂਰਾ ਹੋਇਆ ਔਰ ਪ੍ਰਭੂ ਦਾ ਹੱਥ ਉਹਦੇ ਉੱਤੇ ਆ ਔਰ ਉਹ ਸਾਡੇ ਇਲਾਕੇ ਚੋਂ ਖਾਣਾ ਖਾਏ ਬਗੈਰ ਜਾਏ, ਭੁੱਖਾ ਜਾਏ। ਇਹ ਕਿੱਦਾਂ ਹੋ ਸਕਦਾ? ਲੇਕਿਨ ਜਿਸਲੇ ਉਹ ਖਾਣਾ ਖਾ ਰਹੇ ਸੀ ਤਾਂ ਪ੍ਰਭੂ ਦਾ ਵਚਨ ਉਸੇ ਹੀ ਨਬੀ ਨੂੰ ਆਇਆ, ਉਸੇ ਬੁੱਢੇ ਨਬੀ ਨੂੰ। ਸੋ ਪ੍ਰਭੂ ਨੇ ਉਸ ਬੁੱਢੇ ਨਬੀ ਨੂੰ ਵੀ ਦਿਖਾ ਦਿੱਤਾ ਕਿ ਜੋ ਤੂੰ ਕੀਤਾ ਉਹ ਵੀ ਗਲਤ। ਮੇਰਾ ਹੁਕਮ ਸੀ। ਬੈਤੇਲ ਕਿਹੜਾ ਇੰਨੀ ਜ਼ਿਆਦਾ ਦੂਰ ਸੀ? ਇੱਕ ਦਿਨ ਦਾ ਲੋਕ ਵਰਤ ਵੀ ਤਾਂ ਰੱਖਦੇ ਆ, ਅੱਧਾ ਦਿਨ ਆਉਣ ਨੂੰ ਲੱਗਦਾ, ਅੱਧਾ ਦਿਨ ਜਾਣ ਨੂੰ ਲੱਗਦਾ। ਉਦਾਂ ਵੀ ਤਾਂ ਲੋਕ ਵਰਤ ਰੱਖਦੇ ਸੀਗੇ, ਕਈ ਦਿਨਾਂ ਦੇ ਲੋਕ ਇਹ ਵਰਤ ਰੱਖਦੇ ਸੀਗੇ। ਔਰ ਜਿਸ ਲਈ ਉਹ ਵਾਪਸ ਹੁਣ ਜਾ ਰਿਹਾ, ਪ੍ਰਭੂ ਨੇ ਉਸਨੂੰ ਕਹਿ ਦਿੱਤਾ ਕਿ ਜੇ ਤੂੰ ਹੁਣ ਘਰ ਵਾਪਸ ਨਹੀਂ ਪਹੁੰਚੇਗਾ, ਤੂੰ ਮੇਰਾ ਹੁਕਮ ਤੋੜ। ਜਿਸ ਲਈ ਹੁਣ ਰਸਤੇ ਦੇ ਵਿੱਚ ਜਾ ਰਿਹਾ ਤੇ ਸ਼ੇਰ ਆਇਆ, ਸ਼ੇਰ ਨੇ ਉਸਨੂੰ ਮਾਰ ਦਿੱਤਾ।
गधा भी उत्थे खड़ा, शेर ने गधे नूं भी कुछ नहीं किया। शेर ने उत्थे खड़ा होके उसकी लोथ की राखी की, इसकी जिहड़ी लोथ आ कोई होर जानवर इसकी लोथ नूं खराब ना करे। गधा भी उत्थे खड़ा रहा, गधा भी शेर तो नहीं डरे। देखो किद्दां सारी प्रभु दी बनाईयां चीज़ां किद्दां उसका हुक्म मनदियां। गधे नूं हुक्म है तो इत्थों इत्थों नहीं हिलना, उत्थों नहीं हिलदा पिया। वो शेर तो उन्होंने शेर तो डरना चाहिए, वो नहीं डरदा पिया। शेर नूं गधा खाना चाहिए मार के, उन्होंने उसनूं नहीं खांदा पिया। शेर नूं उस नवी दी लोथ नूं खाना चाहिए, वो नहीं खांदा पिया। एक्चुअली ओदी लोथ नूं ओदी मौत तो बाद डिस्ट्रॉय नहीं करदा। और जब नबी नूं बुढ़े नबी नूं पता लगा कि शेर ते गधा उत्थे ही खड़े है, ओदी लोथ दी राखी करदे पे, नजर रखदे पे, तो वो मार दिता गया। उसने अपने पुत्रों ने कहा कि मेरा हुण गधा तैयार करो, और वो गए, उसकी लोथ नूं चुक्या, शेर चला गया। गधा तो ऑफ कोर्स उस बुढ़े नबी दा ही सीगा, उसनूं वापस ले आया। और प्रभु ने कहा सी कि हुण तू अपने मां बाप की जिहड़ी जिथे तेरे दफनाए गए, तू उत्थे नहीं दफनाया जाएगा, तेनू वो कबर नसीब नहीं होगी। पर इत्थों सानू पता लगता कि वो बुढ़े नबी का जिहड़ा मन सी वो खराब नहीं सीगा। उसने उसनू अपना भरा बना लिया, उसने उसनू अपनी कबर दे विच दफना दिता, और अपने बेटियां नू कहा कि जिस वेले मैं मर जाऊंगा, मैनू भी इसके लागे दफना दे। और उसने सोक किया मेरा भरा। इत्थों सानू जिहड़ी एक मेन चीज जिहड़ी सिखण नू मिलदी है कि अगर इसनू तो फरिश्ते कोल तो फरिश्ता नहीं आया सी, पर जे आया भी हुंदा तो बड़े ध्यान दे नाल इन्हां चीज़ां नू देखना चाहिए, बचना चाहिए। प्रभु का हुक्म सी उसनू, उसने प्रभु का हुक्म तोड़िया, और बुढ़े नबी नू भी उसने दिखाता कि तू मेरा हुक्म तोड़िया नहीं जा सकता। और बुढ़े नबी ने उसनू उसके उत्ते ये दया की कि उसनू अनजान दियां अनजान एक हुंदियां सीगियां उन्हां दी कबरां हुंदियां सी जिहड़े अनजान लोकां वास्ते हुंदियां सी, विदेशी लोकां वास्ते हुंदियां सी। उसने उसनू विदेशियां दी कबर दे विच नहीं दफनाया, उसने उसनू अपने खानदान दी कबर दे विच दफनाया, और उसने उसनू अपना भरा, और उसका जिहड़ा उसने विरलाप भी किया एक भरा दी तरह किया, और उसनू अपनी कबर दे विच दफना दिता। किन्नियां चीज़ां प्रभु दियां हो रही इस वेले, प्रभु दे काम किस तरह हो रहे, किस तरह प्रभु दिखा रहा कि इस राज नूं मैं वंडिया, तुसीं हुण इस नूं इकट्ठा नहीं कर सकते। जिस चीज़ नूं वो जोड़दा तुसीं तोड़ नहीं सकते, जिस चीज़ नूं वो तोड़दा तुसीं जोड़ नहीं सकते। प्रभु इत्थे ये कह रहा। आओ असीं 14वें भाव दे विच 13वें भाव ਦੀ 33 आयत तो ਅਸੀਂ देखते पे हैं कि राजा याराबोआम ਦਾ ਇਸ ਘਟਨਾ ਤੇ ਉੱਤੋਂ ਕੋਈ ਅਸਰ ਨਹੀਂ ਹੋਇਆ। ਉਸਨੇ ਸਧਾਰਨ ਟੱਬਰਾਂ ਦੇ ਵਿੱਚੋਂ ਹੋਰ ਪੁਰੋਹਿਤ ਚੁਣੇ ਅਤੇ ਉਹਨਾਂ ਨੂੰ ਆਪਣੀਆਂ ਵੇਦੀਆਂ ਦੇ ਉੱਤੇ ਠਹਿਰਾਇਆ। ਜੋ ਕੋਈ ਵੀ ਮਨੁੱਖ ਪੁਰੋਹਿਤ ਬਣਨਾ ਚਾਹੁੰਦਾ ਸੀ, ਉਹ ਉੱਥੇ ਉਸਨੂੰ ਉਹ ਪੁਰੋਹਿਤ ਬਣਾ ਦਿੰਦਾ ਸੀ।
ਉਸਦੇ ਇਸ ਪਾਪ ਦੇ ਕਾਰਨ ਉਸਦੇ ਟੱਬਰ ਦਾ ਇਸ ਧਰਤੀ ਤੋਂ ਨਾਸ਼ ਹੋਣਾ ਜ਼ਰੂਰੀ ਹੋ ਗਿਆ ਸੀ। ਸੋ ਹੁਣ ਉਸਨੇ ਜਗ੍ਹਾ ਜਗ੍ਹਾ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਮੰਦਿਰ ਬਣਾਏ, ਜਗ੍ਹਾ ਜਗ੍ਹਾ ਦੇ ਉੱਤੇ ਉਸਨੇ ਵੇਦੀਆਂ ਬਣਾਈਆਂ, ਵਿੱਚੇ ਪ੍ਰਭੂ ਨੂੰ ਵੀ ਦੇਈ ਜਾਂਦੇ ਆ ਬਲੀਆਂ, ਵਿੱਚੇ ਹੀ ਦੇਵਤਿਆਂ ਨੂੰ ਬਲੀਆਂ ਦੇਈ ਜਾਂਦੇ ਆ, ਸਾਰਾ ਕੁਝ ਉੱਥੇ ਚੱਲੀ ਜਾਂਦਾ। ਔਰ ਯਾਰਾਬੋਆਮ ਜਿਹੜਾ ਸੀ ਉਸਨੇ ਹੁਣ, ਕਿਉਂਕਿ ਕੋਈ ਖਾਸ ਕਰਕੇ ਲੇਵੀ ਕਬੀਲੇ ਦਾ ਡਰਦਾ ਕੋਈ ਪੁਰੋਹਿਤ ਬਣਨਾ ਨਹੀਂ ਮੰਗਦਾ ਪਿਆ, ਇਹ ਚੀਜ਼ ਐਵੇਂ ਜਿਸ ਜੋ ਕੁਛ ਉਸ ਪੁਰੋਹਿਤ ਦੇ, ਜੋ ਕੁਛ ਉਸ ਨਬੀ ਦੇ ਨਾਲ ਹੋਇਆ, ਔਰ ਜੋ ਕੁਛ ਉਸ ਬੁੱਢੇ ਨਬੀ ਤੇ ਉਸਦੇ ਪੁੱਤਰਾਂ ਨੇ ਦੇਖਿਆ ਆ, ਉਹ ਚੀਜ਼ ਦੇਖ ਕੇ ਜਿਹੜੇ ਲੇਵੀ ਕਬੀਲੇ ਦੇ ਲੋਕ ਆ ਉਹ ਡਰ ਗਏ। ਸੋ ਯਾਰਾਬੋਆਮ ਜਿਹੜੇ ਮੰਦਿਰ ਬਣਾ ਰਿਹਾ ਤੇ ਯਾਰਾਬੋਆਮ ਜਿਹੜੀਆਂ ਬੇਦੀਆਂ ਬਣਾ ਰਿਹਾ, ਉਸਨੂੰ ਉਹਨਾਂ ਦੇ ਲਈ ਪੁਰੋਹਿਤ ਨਹੀਂ ਮਿਲਦੇ ਪਏ। ਉਸਨੇ ਜਿਹੜਾ ਵੀ ਪੁਰੋਹਿਤ ਬਣਨਾ ਮੰਗਦਾ, ਉਹ ਕਹਿੰਦਾ ਕੋਈ ਨਹੀਂ, ਆ ਜਾਓ, ਬਣ ਜਾਓ। ਸੋ ਹੁਣ ਉਸਨੇ ਕਬੀਲਿਆਂ ਦੇ ਵਿੱਚੋਂ, ਬਾਕੀ ਕਬੀਲਿਆਂ ਦੇ ਵਿੱਚੋਂ ਪੁਰੋਹਿਤ ਚੁਣਨੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਬੇਦੀਆਂ ਦੇ ਉੱਤੇ ਉਹਨਾਂ ਨੂੰ ਲਾ ਦਿੱਤਾ। ਔਰ ਪ੍ਰਭੂ ਨੂੰ ਇਹ ਘਿਨਾਉਣਾ ਪਾਪ ਪਸੰਦ ਨਹੀਂ ਆਇਆ। ਸੋ ਹੁਣ ਯਾਰਾਬੋਆਮ ਦਾ ਉਸਨੇ ਕਿਹਾ ਪਰਿਵਾਰ ਦਾ, ਇਸ ਦਾ ਟੱਬਰ ਦਾ ਖਤਮ ਹੋਣਾ ਇਸ ਧਰਤੀ ਤੋਂ ਜ਼ਰੂਰੀ ਹੈ। ਸੋ 14ਵੇਂ ਭਾਵ ਦੇ ਵਿੱਚ ਅਸੀਂ ਆ ਗਏ। ਆਓ ਇਸ ਦੀਆਂ ਪਹਿਲੀਆਂ 18 ਆਇਤਾਂ ਪੜ੍ਹੀਏ। ਯਾਰਾਬੋਆਮ ਦੇ ਪੁੱਤਰ ਦੀ ਮੌਤ। ਉਸ ਵੇਲੇ ਯਾਰਾਬੋਆਮ ਦਾ ਪੁੱਤਰ ਅਬੀਆ ਬਿਮਾਰ ਹੋ ਗਿਆ। ਤਦ ਉਸਨੇ ਆਪਣੀ ਪਤਨੀ ਨੂੰ ਕਿਹਾ, ਤੂੰ ਭੇਸ ਬਦਲ ਕੇ ਕੋਈ ਤੈਨੂੰ ਪਛਾਣ ਨਾ ਸਕੇ ਕਿ ਤੂੰ ਯਾਰਾਬੋਆਮ ਦੀ ਪਤਨੀ ਹੈ। ਤੂੰ ਇਸ ਭੇਸ ਵਿੱਚ ਸ਼ਿਲੋ ਵਿੱਚ ਅਹੀਆ ਨਬੀ ਕੋਲ ਜਾ, ਜਿਸਨੇ ਮੈਨੂੰ ਦੱਸਿਆ ਸੀ ਕਿ ਤੂੰ ਇਜ਼ਰਾਈਲ ਦਾ ਰਾਜਾ ਬਣੇਗਾ। ਤੂੰ ਆਪਣੇ ਨਾਲ ਉਸਦੇ ਲਈ 10 ਰੋਟੀਆਂ, ਕੁਝ ਚੂਰਮਾ ਅਤੇ ਇੱਕ ਸ਼ਹਿਦ ਦਾ ਮਰਤਬਾਨ ਲੈ ਜਾ। ਤੂੰ ਉਸ ਤੋਂ ਪੁੱਛਣਾ ਕਿ ਸਾਡੇ ਪੁੱਤਰ ਨਾਲ ਕੀ ਹੋਵੇਗਾ ਅਤੇ ਉਹ ਤੈਨੂੰ ਦੱਸ ਦੇਵੇਗਾ। ਯਾਰਾਬੋਆਮ ਦੀ ਪਤਨੀ ਨੇ ਆਪਣੇ ਪਤੀ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਸ਼ਿਲੋ ਵਿੱਚ ਅਹੀਆ ਨਬੀ ਦੇ ਘਰ ਗਈ। ਅਹੀਆ ਨਬੀ ਦੀ ਬੁਢਾਪੇ ਦੇ ਕਾਰਨ ਨਜ਼ਰ ਕਮਜ਼ੋਰ ਹੋ ਗਈ ਸੀ, ਇਸ ਲਈ ਉਹ ਦੇਖ ਨਹੀਂ ਸਕਦਾ ਸੀ। ਸੋ ਪ੍ਰਭੂ ਨੇ ਅਹੀਆ ਨੂੰ ਦੱਸਿਆ ਕਿ ਯਾਰਾਬੋਆਮ ਦੀ ਪਤਨੀ ਤੇਰੇ ਕੋਲ ਆਪਣੇ ਬਿਮਾਰ ਪੁੱਤਰ ਬਾਰੇ ਪੁੱਛਣ ਆ ਰਹੀ ਹੈ, ਅਤੇ ਪ੍ਰਭੂ ਨੇ ਉਸਨੂੰ ਉਹ ਵੀ ਦੱਸਿਆ ਜੋ ਅਹੀਆ ਉਸਨੂੰ ਕਹੇ। ਯਾਰਾਬੋਆਮ ਦੀ ਪਤਨੀ ਨੇ ਅਹੀਆ ਦੇ ਸਾਹਮਣੇ ਆਪਣਾ ਕੋਈ ਦੂਜੀ ਔਰਤ ਹੋਣਾ ਸਿੱਧ ਕਰਨਾ ਚਾਹਿਆ, ਪਰ ਜਦੋਂ ਅਹੀਆ ਨੇ ਉਸਦੇ ਪੈਰਾਂ ਦੀ ਆਵਾਜ਼ ਆਪਣੇ ਘਰ ਦੇ ਅੰਦਰ ਸੁਣੀ ਤਾਂ ਕਿਹਾ, ਅੰਦਰ ਆ ਜਾ। ਮੈਂ ਜਾਣਦਾ ਹਾਂ ਕਿ ਤੂੰ ਯਾਰਾਬੋਆਮ ਦੀ ਪਤਨੀ ਹੈ, ਪਰ ਤੂੰ ਕਿਸੇ ਦੂਜੇ ਦੀ ਪਤਨੀ ਹੋਣਾ ਸਿੱਧ ਕਰਨਾ ਚਾਹੁੰਦੀ ਹੈ। ਪਰ ਮੈਨੂੰ ਤੇਰੇ ਬਾਰੇ ਪਹਿਲਾਂ ਹੀ ਸੂਚਨਾ ਮਿਲ ਚੁੱਕੀ ਹੈ। ਹੁਣ ਤੂੰ ਆਪਣੇ ਪਤੀ ਯਾਰਾਬੋਆਮ ਕੋਲ ਜਾ ਅਤੇ ਉਸਨੂੰ ਇਹ ਦੱਸ ਕਿ ਇਜ਼ਰਾਈਲ ਦਾ ਪ੍ਰਭੂ ਪਰਮੇਸ਼ਰ ਉਸਨੂੰ ਇਸ ਤਰ੍ਹਾਂ ਕਹਿੰਦਾ ਹੈ, ਮੈਂ ਤੈਨੂੰ ਲੋਕਾਂ ਵਿੱਚੋਂ ਚੁਣ ਕੇ ਆਪਣੇ ਇਜ਼ਰਾਈਲੀ ਲੋਕਾਂ ਦਾ ਰਾਜਾ ਬਣਾਇਆ ਸੀ। ਮੈਂ ਦਾਊਦ ਦੇ ਵੰਸ਼ ਕੋਲੋਂ ਰਾਜ ਲੈ ਕੇ ਤੈਨੂੰ ਦਿੱਤਾ, ਪਰ ਤੂੰ ਮੇਰੇ ਦਾਸ ਦਾਊਦ ਵਾਂਗ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਜੋ ਕੇਵਲ ਮੇਰੇ ਕਹੇ ਅਨੁਸਾਰ ਹੀ ਚੱਲਦਾ ਅਤੇ ਉਹ ਕਰਦਾ ਸੀ, ਜਿਸ ਨੂੰ ਮੈਂ ਭਲਾ ਸਮਝਦਾ ਸੀ। ਤੂੰ ਆਪਣੇ ਤੋਂ ਪਹਿਲੇ ਸ਼ਾਸਕਾਂ ਤੋਂ ਵੱਡੇ ਪਾਪ ਕੀਤੇ ਹਨ। ਤੂੰ ਮੈਨੂੰ ਰੱਦ ਕੇ ਮੇਰਾ ਗੁੱਸਾ ਭੜਕਾਇਆ ਹੈ ਅਤੇ ਮੇਰੀ ਥਾਂ ਪੂਜਾ ਦੇ ਲਈ ਦੇਵਤੇ ਅਤੇ ਢਲੀਆਂ ਮੂਰਤੀਆਂ ਬਣਾਈਆਂ ਹਨ। ਤੇਰੇ ਇਹਨਾਂ ਪਾਪਾਂ ਕਾਰਨ ਮੈਂ ਤੇਰੇ ਵੰਸ਼ ਦਾ ਬਹੁਤ ਬੁਰੀ ਤਰ੍ਹਾਂ ਨਾਲ ਨਾਸ਼ ਕਰਾਂਗਾ। ਮੈਂ ਤੇਰੇ ਸਭ ਨਰਾਂ, ਬੁੱਢੇ ਹੋਣ ਜਾਂ ਜਵਾਨ ਹੋਣ, ਸਭ ਨੂੰ ਮਾਰ ਦੇਵਾਂਗਾ। ਮੈਂ ਤੇਰੇ ਸਭ ਟੱਬਰ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ ਅਤੇ ਉਹ ਰੂੜੀ ਉੱਤੇ ਪਏ ਗੰਧ ਵਾਂਗ ਹੋ ਜਾਵੇਗਾ। ਤੇਰੇ ਟੱਬਰ ਦੇ ਲੋਕ ਜੋ ਸ਼ਹਿਰ ਵਿੱਚ ਮਾਰੇ ਜਾਣਗੇ, ਉਹਨਾਂ ਨੂੰ ਕੁੱਤੇ ਖਾਣਗੇ, ਅਤੇ ਜੋ ਮੈਦਾਨ ਵਿੱਚ ਮਰਨਗੇ, ਉਹਨਾਂ ਨੂੰ ਗਿਰਜਾਂ ਖਾਣਗੀਆਂ। ਇਹ ਪ੍ਰਭੂ ਦੇ ਆਪਣੇ ਕਹੇ ਬੋਲ ਹਨ। ਅਹੀਆ ਨਬੀ ਨੇ ਅੱਗੇ ਯਾਰਾਬੋਆਮ ਦੀ ਪਤਨੀ ਨੂੰ ਕਿਹਾ, ਹੁਣ ਤੂੰ ਵਾਪਸ ਆਪਣੇ ਘਰ ਜਾ। ਤੇਰੇ ਆਪਣੇ ਘਰ ਪੈਰ ਰੱਖਦਿਆਂ ਹੀ ਤੇਰਾ ਪੁੱਤਰ ਮਰ ਜਾਵੇਗਾ। ਤਦ ਸਭ ਇਜ਼ਰਾਈਲੀ ਤੇਰੇ ਪੁੱਤਰ ਦੇ ਲਈ ਸੋਗ ਕਰਨਗੇ, ਕਿਉਂਕਿ ਯਾਰਾਬੋਆਮ ਦੇ ਟੱਬਰ ਦਾ ਕੇਵਲ ਇੱਕੋ ਉਹੀ ਜੀ ਹੈ ਜਿਸ ਤੋਂ ਇਜ਼ਰਾਈਲ ਦਾ ਪਰਮੇਸ਼ਰ ਖੁਸ਼ ਹੈ। ਇਸ ਲਈ ਉਹ ਠੀਕ ਢੰਗ ਨਾਲ ਕਬਰ ਵਿੱਚ ਦਫਨਾਇਆ ਜਾਵੇਗਾ। ਪ੍ਰਭੂ ਇਜ਼ਰਾਈਲ ਲਈ ਇੱਕ ਦੂਜਾ ਰਾਜਾ ਖੜਾ ਕਰੇਗਾ,
ਤਦ ਪ੍ਰਭੂ ਸਭ ਇਜ਼ਰਾਈਲੀਆਂ ਨੂੰ ਸਜ਼ਾ ਦੇਵੇਗਾ ਅਤੇ ਉਹ ਸੁੱਕੇ ਕਾਨਿਆਂ ਦੇ ਵਾਂਗ ਕੰਬ ਜਾਣਗੇ। ਪ੍ਰਭੂ ਉਹਨਾਂ ਨੂੰ ਉਸ ਸੁੰਦਰ ਧਰਤੀ ਤੋਂ ਪੁੱਟ ਦੇਵੇਗਾ ਜੋ ਉਸਨੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ, ਪਰ ਉਹਨਾਂ ਨੂੰ ਵੱਡੇ ਦਰਿਆ ਫਰਾਤ ਤੋਂ ਅੱਗੇ ਤੱਕ ਖਿਲਾਰ ਦੇਵੇਗਾ, ਕਿਉਂਕਿ ਉਹਨਾਂ ਨੇ ਦੇਵਤੇ ਤੇ ਢਾਲੀਆਂ ਮੂਰਤਾਂ ਬਣਾ ਕੇ ਉਸ ਦਾ ਗੁੱਸਾ ਭੜਕਾਇਆ ਹੈ। ਸੋ ਪ੍ਰਭੂ ਇਜ਼ਰਾਈਲ ਨੂੰ ਛੱਡ ਦੇਵੇਗਾ, ਕਿਉਂਕਿ ਯਾਰਾਬਾਮ ਨੇ ਪਾਪ ਕਰਕੇ ਇਜ਼ਰਾਈਲ ਤੋਂ ਪਾਪ ਕਰਵਾਇਆ ਹੈ। ਤਦ ਯਾਰਾਬਾਮ ਦੀ ਪਤਨੀ ਵਾਪਸ ਤਿਰਜ਼ਾ ਨੂੰ ਚਲੀ ਗਈ ਅਤੇ ਉਸਦੇ ਆਪਣੇ ਘਰ ਅੰਦਰ ਪੈਰ ਰੱਖਦਿਆਂ ਹੀ ਉਸ ਦਾ ਪੁੱਤਰ ਮਰ ਗਿਆ। ਇਜ਼ਰਾਈਲੀ ਲੋਕਾਂ ਨੇ ਪ੍ਰਭੂ ਦੇ ਦਾਸ ਅਹਿਯਾ ਦੇ ਕਹੇ ਅਨੁਸਾਰ ਉਸਦੇ ਪੁੱਤਰ ਲਈ ਸੋ ਕੀਤਾ ਅਤੇ ਉਸਨੂੰ ਦਫਨਾ ਦਿੱਤਾ। ਸੋ ਪ੍ਰਭੂ ਦਾ ਇਸ ਨਵ ਜਨਮੇ ਬੱਚੇ ਦੇ ਨਾਲ ਕੋਈ ਵੈਰ ਨਹੀਂ ਸੀ। ਸੋ ਹੁਣ ਅਸੀਂ ਇਹ ਕਹਿੰਦੇ ਆ ਕਿ ਜੀ ਕਿੰਨੇ ਦੁੱਖ ਦੀ ਗੱਲ ਹੈ ਕਿ ਉਹ ਪੁੱਤਰ ਮਰ ਗਿਆ, ਪਰ ਪ੍ਰਭੂ ਨੇ ਇਹ ਕਿਹਾ ਆ ਕਿ ਉਸ ਦਾ ਸਾਰਾ ਯਾਰਾਬਾਮ ਦੇ ਕੀਤੇ ਪਾਪਾਂ ਦੇ ਕਾਰਨ ਸਾਰਾ ਉਸਦਾ ਟੱਬਰ ਮਾਰਿਆ ਜਾਏ, ਔਰ ਉਹਦੀ ਜਗ੍ਹਾ ਤੇ ਮੈਂ ਹੁਣ ਦੂਸਰਾ ਰਾਜਾ ਖੜਾ ਕਰੂੰਗਾ। ਲੇਕਿਨ ਯਾਰਾਬਾਮ ਔਰ ਬਾਕੀ ਦੇ ਜਿਹੜੇ ਟੱਬਰ ਆ, ਉਸਦੀਆਂ ਬਾਕੀ ਦੀਆਂ ਪਤਨੀਆਂ ਦੇ ਜਿਹੜੇ ਬੱਚੇ ਆ, ਉਹ ਜੰਗਾਂ ਦੇ ਵਿੱਚ ਮਾਰੇ ਜਾਣਗੇ, ਲੜਾਈਆਂ ਦੇ ਵਿੱਚ ਮਾਰੇ ਜਾਣਗੇ, ਔਰ ਉਹਨਾਂ ਦੀਆਂ ਲੋਥਾਂ ਨੂੰ ਗਿਰਝਾਂ ਖਾਣਗੀ। ਪਰ ਇਸ ਇੱਕ ਬੱਚੇ ਦਾ ਕੋਈ ਕਸੂਰ ਨਹੀਂ। ਸੋ ਇਹ ਇੱਕ ਬੱਚਾ ਜਿਹੜਾ ਇਸ ਦੀ ਮੌਤ ਮੇਰੇ ਕਹੇ ਅਨੁਸਾਰ ਹੋਏਗੀ, ਔਰ ਇਹ ਪੂਰੀ ਇੱਜ਼ਤ ਦੇ ਨਾਲ ਇੱਕ ਰਾਜਕੁਮਾਰ ਦੇ ਵਾਂਗ ਦਫਨਾਇਆ ਜਾਏ। ਸੋ ਪ੍ਰਭੂ ਦੀ ਸਜ਼ਾ ਦੇ ਵਿੱਚ ਅਸੀਂ ਇੱਥੇ ਦਇਆ ਦੇਖਦੇ ਹਾਂ। ਜਿਹੜੇ ਕੰਮ ਉਸਨੇ ਕੀਤੇ ਆ ਉਹ ਸਜ਼ਾ ਵਾਲੇ ਆ। ਸਾਨੂੰ ਯਾਦ ਹੋਣਾ ਚਾਹੀਦਾ ਕਿ ਉਸਨੇ ਕਿਹੜੀ ਚੀਜ਼ ਕਹੀ ਆ। ਉਸਨੇ ਜਿਸ ਲਈ ਉਹ ਬੱਚੇ ਬਣਾਏ ਆ ਨਾ, ਤਾਂ ਉਸਨੇ ਬੈਤੇਲ ਦੀ ਧਰਤੀ ਦੇ ਉੱਤੇ ਰੱਖਿਆ ਤੇ ਦਾਨ ਦੇ ਕਬੀਲਿਆਂ ਦੀ ਧਰਤੀ ਦੇ ਉੱਤੇ ਰੱਖਿਆ, ਔਰ ਇਹ ਕਿਹਾ ਕਿ ਇਹ ਉਹ ਦੇਵਤੇ ਆ ਜਿਹੜੇ ਤੁਹਾਨੂੰ ਔਰ ਸੋਨੇ ਦੇ ਬੱਚੇ ਬਣਾਏ। ਸਾਨੂੰ ਚੇਤਾ ਹੋਣਾ ਚਾਹੀਦਾ ਕਿ ਇਜ਼ਰਾਈਲ ਦੇ ਲੋਕਾਂ ਨੇ ਸੋਨੇ ਦਾ ਬੱਚਾ ਪਹਿਲਾਂ ਵੀ ਬਣਾਇਆ ਸੀ। ਉੱਥੇ ਕੀ ਹੋਇਆ ਸੀ? ਉੱਥੇ ਵੀ ਜਿੰਨਿਆਂ ਨੇ ਉਸ ਬੱਚੇ ਦੀ ਪੂਜਾ ਕੀਤੀ ਸੀ ਉਹ ਸਾਰੇ ਹੀ ਮਾਰੇ ਗਏ ਸੀ। ਇੱਥੇ ਬਾਕੀ ਦੇ ਇਜ਼ਰਾਈਲੀ ਲੋਕਾਂ ਨੂੰ ਪ੍ਰਭੂ ਨੇ ਸਜ਼ਾ ਨਹੀਂ ਦਿੱਤੀ। ਪ੍ਰਭੂ ਚਾਹੁੰਦਾ ਤਾਂ ਦੇ ਸਕਦਾ ਸੀ, ਲੇਕਿਨ ਉਸਨੇ ਕਿਹਾ ਕਿ ਅਗਰ ਉਹ ਜੀ ਕੰਮ ਕਰਦੇ ਰਹਿਣਗੇ, ਤੁਰੇਤ ਉਹਨਾਂ ਦੇ ਹੱਥ ਦੇ ਵਿੱਚ ਆ, ਪਹਿਲੀਆਂ 5 ਕਿਤਾਬਾਂ ਉਹਨਾਂ ਦੇ ਹੱਥ ਦੇ ਵਿੱਚ ਆ, ਉਹਨਾਂ ਨੂੰ ਪਤਾ ਆ ਕਿ ਕੂਚ ਦੀ ਕਿਤਾਬ ਦੇ ਵਿੱਚ ਪ੍ਰਭੂ ਉਹਨਾਂ ਨੂੰ ਕਿਸ ਤਰ੍ਹਾਂ ਕੱਢ ਕੇ ਲੈ ਕੇ ਆਇਆ, ਕਿਸ ਤਰ੍ਹਾਂ ਪ੍ਰਭੂ ਨੇ 10 ਬਲਾਵਾਂ ਲਿਆਂਦੀਆਂ। ਬੱਚੇ ਨੇ 10 ਬਲਾਵਾਂ ਨਹੀਂ ਲਿਆਂਦੀਆਂ। ਕਿਸ ਤਰ੍ਹਾਂ ਪ੍ਰਭੂ ਨੇ ਸਮੁੰਦਰ ਨੂੰ ਪਾੜਿਆ, ਜਿਸ ਤਰ੍ਹਾਂ ਪ੍ਰਭੂ ਨੇ ਉਹਨਾਂ ਨੂੰ ਖਾਣ ਦੇ ਲਈ ਦਿੱਤਾ, ਪੀਣ ਦੇ ਲਈ ਦਿੱਤਾ, ਕਿਸ ਤਰ੍ਹਾਂ ਮੂਸਾ ਉਹਨਾਂ ਦੇ ਲਈ 10 ਹੁਕਮ ਲੈ ਕੇ ਆਇਆ, ਕਿਸ ਤਰ੍ਹਾਂ ਪ੍ਰਭੂ ਨੇ 40 ਸਾਲ ਉਹਨਾਂ ਤੇ ਮੰਨਾ ਭਰਾਇਆ। ਉਹ ਬੱਚੇ ਨੇ ਨਹੀਂ ਕੀਤਾ। ਉਸ ਬੱਚੇ ਨੂੰ ਤੋੜ ਦਿੱਤਾ ਗਿਆ ਸੀ, ਉਸ ਨੂੰ ਪੀਸਿਆ ਗਿਆ ਸੀ, ਔਰ ਜਿਹੜਿਆਂ ਲੋਕਾਂ ਨੇ ਫਿਰ ਜਿਹਨਾਂ ਲੋਕਾਂ ਨੇ ਇਹ ਕੰਮ ਕੀਤਾ ਸੀ ਉਹਨਾਂ ਨੂੰ ਉਹ ਸੋਨਾ ਪਿਲਾਇਆ ਗਿਆ ਸੀ, ਔਰ ਉਹ ਸਾਰੇ ਬਿਮਾਰ ਹੋ ਕੇ ਮਰ ਗਏ ਸੀ, ਪੋਇਜ਼ਨ ਦੇ ਨਾਲ ਮਰ ਗਏ ਸੀ। ਇੱਥੇ ਯਾਰਾਬਾਮ ਵੀ ਉਹੀ ਚੀਜ਼ ਕਹਿ ਕੇ ਆ ਰਿਹਾ ਕਿ ਦੇਖੋ ਇਹ ਬੱਚੇ ਆ ਜਿਹੜੇ ਤੁਹਾਨੂੰ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆਏ ਸੀ, ਇਹ ਤੁਹਾਡਾ ਪ੍ਰਭੂ। ਔਰ ਫਿਰ ਉਹ ਉਹੀ ਚੀਜ਼ ਸੁਣਨ ਲੱਗ ਪਏ ਸੇਮ ਜਗ੍ਹਾ ਤੇ। ਯੂ ਨੋ ਵਟ, ਰਾਹਬੋਆਮ ਉਹਨਾਂ ਨੂੰ ਕਦੀ ਵੀ ਉਪਾਸਨਾ ਕਰਨ ਦੇ ਲਈ ਨਹੀਂ ਸੀ ਰੋਕ ਸਕਦਾ। ਉਹਨਾਂ ਨੇ ਰਾਹਬੋਆਮ ਤੋਂ ਕੋਈ ਪੁੱਛਿਆ ਹੀ ਨਹੀਂ ਇਸ ਚੀਜ਼ ਦੇ ਲਈ ਕਿ ਕੀ ਅਸੀਂ ਪ੍ਰਭੂ ਦੀ ਉਪਾਸਨਾ ਕਰਨ ਆ ਸਕਦੇ ਹਾਂ। ਉਹਨਾਂ ਨੂੰ ਰੋਕਿਆ ਨਹੀਂ ਸੀ ਕਿਸੇ ਨੇ।
ਲੋਕ ਜਾ ਰਹੇ ਸੀ। ਯਾਰਾਬੁਆਮ ਨੇ ਇਹ ਕਿਹਾ ਕਿ ਇਹ ਕੰਮ ਖਰਾਬ ਆ, ਇਹ ਇਧਰਲਾ ਪੈਸਾ ਲੈ ਕੇ ਜਾਂਦੇ ਉੱਥੇ ਮੰਦਿਰ ਵਿੱਚ ਚੜਾਇਆ ਹੁੰਦੇ, ਇਧਰੋਂ ਬਲੀਆਂ ਲੈ ਕੇ ਜਾਂਦੇ ਉਸ ਮੰਦਿਰ ਦੇ ਵਿੱਚ ਜਾ ਕੇ ਚੜਾਇਆ ਹੁੰਦੇ, ਤੇ ਕੱਲ ਨੂੰ ਫੇਰ ਕਹਿਣਗੇ ਕਿ ਇਹ ਰਾਜ ਇੱਕੋ ਹੀ ਹੋ ਜਾਣਾ ਚਾਹੀਦਾ। ਜੇ ਪ੍ਰਭੂ ਨੂੰ ਕਹਿੰਦਾ ਤਾਂ ਪ੍ਰਭੂ ਉਸ ਨੂੰ ਕਹਿ ਸਕਦਾ ਸੀ ਕਿ ਠੀਕ ਆ, ਤੂੰ ਮੇਰੇ ਲਈ ਇੱਕ ਉਪਾਸਨਾ ਦੀ ਜਗ੍ਹਾ ਬਣਾ, ਔਰ ਮੈਂ ਉਸ ਨੂੰ ਆਪਣੀ ਹਜ਼ੂਰੀ ਦੇ ਨਾਲ ਭਰੂੰਗਾ, ਔਰ ਫਿਰ ਤੁਸੀਂ ਮੇਰੀ ਉਪਾਸਨਾ ਉੱਥੇ ਕਰ ਸਕਦੇ। ਉਸਨੇ ਪੁੱਛਿਆ ਹੀ ਨਹੀਂ ਪ੍ਰਭੂ ਨੇ, ਉਸਨੇ ਬੱਚੇ ਬਣਾਤੇ। ਔਰ ਹੁਣ ਅਸੀਂ ਯਾਰਾਬਾਮ ਦਾ ਕੀ ਹਾਲ ਹੁੰਦਾ ਪਿਆ। ਪ੍ਰਭੂ ਨੇ ਕੀ ਕੁਛ ਉਸਨੂੰ ਦਿੱਤਾ। ਪ੍ਰਭੂ ਨੇ ਉਸਨੂੰ 9.5 ਕਬੀਲਿਆਂ ਦੇ ਉੱਤੇ ਰਾਜ ਦਿੱਤਾ। 9.5 ਕਬੀਲਿਆਂ ਦੇ ਉੱਤੇ ਰਾਜ ਦਿੱਤਾ। ਲੇਕਿਨ ਉਸੇ ਪ੍ਰਭੂ ਨੂੰ ਛੱਡ, ਪ੍ਰਭੂ ਨੇ ਉਸਨੂੰ ਨਹੀਂ ਛੱਡਿਆ ਸੀ, ਉਹ ਪ੍ਰਭੂ ਨੂੰ ਛੱਡਿਆ। ਪ੍ਰਭੂ ਨੇ ਕਿਹਾ ਕਿ ਹੁਣ ਨਹੀਂ ਹੋਏਗਾ, ਇਸ ਤਰ੍ਹਾਂ ਨਹੀਂ ਚੱਲੇਗਾ, ਇਹ ਕੰਮ ਨਹੀਂ ਤੂੰ ਕਰ ਸਕਦਾ। ਸਾਵਰਨ ਗਾਡ, ਸਾਵਰਨਟੀ ਜਿਹੜੀ ਆ, ਰਾਜ ਜਿਹੜਾ ਆ, ਉਹ ਪ੍ਰਭੂ ਦਾ, ਉਹ ਪ੍ਰਭੂ ਦਾ। ਕੱਲ ਨੂੰ ਆਪਾਂ ਇਸ ਤੋਂ ਅੱਗੇ ਦੇਖਾਂਗੇ, ਔਰ ਕੱਲ ਨੂੰ ਅਸੀਂ ਦੇਖਾਂਗੇ ਕਿ ਰਾਹਬੋਆਮ ਨੇ ਬਾਕੀ ਹੋਰ ਦੂਸਰੇ ਪਾਸੇ ਵਾਲੇ ਕੀ ਕਰਤੂਤਾਂ ਕਰਦੇ ਪਏ, ਉਹਨਾਂ ਨੂੰ ਦੇਖਾਂਗੇ, ਔਰ ਕਿੰਨਾ ਦਿਲ ਨੂੰ ਦੁੱਖ ਹੋਏਗਾ, ਕਿੱਦਾਂ ਦੇ ਕੰਮ ਇਹ ਕਰਦੇ ਪਏ, ਕਿੱਦਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਪਏ, ਕਿੱਦਾਂ ਇਹ ਮੰਦਿਰਾਂ ਦੇ ਨਾਲ ਪ੍ਰਭੂ ਦੇ ਘਰ ਨੂੰ ਭਰਦੇ ਪਏ। ਇਹ ਰਾਜੇ ਜਿਹੜੇ ਗਾਂ ਆਏ, ਇਹਨਾਂ ਦੇ ਫਿਰ ਕੰਮ ਦੇਖਾਂਗੇ। ਆਓ ਦੁਆ ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ ਤੇਰੇ ਵਚਨ ਦੇ ਲਈ, ਤੇਰੀ ਦਇਆ ਦੇ ਲਈ, ਕਿ ਅਸੀਂ ਤੇਰੇ ਇਸ ਵਚਨ ਨੂੰ ਪੜ੍ਹ ਸਕਦੇ ਹਾਂ ਜੋ ਇਤਿਹਾਸਕ ਆ ਖੁਦਾਵੰਦ, ਦੇਖ ਸਕਦੇ ਹਾਂ। ਧੰਨਵਾਦ ਕਰਦੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਇਹ ਸਾਰੀਆਂ ਵੀਡੀਓਜ਼ ਬਣਾਈਆਂ, ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਲੱਭੀਆਂ, ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਜੋ ਕੁਛ ਅਸੀਂ ਪੜ੍ਹਦੇ ਪਏ ਹਾਂ ਦੰਦ ਕਥਾ। ਖੁਦਾਵੰਦ ਤੂੰ ਸਾਡੇ ਸਭ ਦੇ ਨਾਲ ਬਣਿਆ ਰਹਿਣਾ, ਤੇਰੀ ਦਇਆ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ। ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੂੰ ਸਾਨੂੰ ਸੰਭਾਲ ਕੇ ਰੱਖਣਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ, ਔਰ ਸਾਰੇ ਭੈਣ ਭਰਾ ਕਹਿਣ ਬਲੈਸ ਯੂ ਆਲ। ਕੱਲ ਨੂੰ ਮਿਲਾਂਗੇ, ਕੱਲ ਨੂੰ ਆਪਾਂ ਇਸ ਤੋਂ ਅੱਗੇ